ਤਾਂ ਸ਼ਰਾਬ ਘੁਟਾਲੇ ਮਾਮਲੇ ਦੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਖਬਰ ਹੈ। ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਵੱਡੀ ਰਾਹਤ ਮਿਲੀ ਹੈ। ਤਾਂ ਰਾਉਜ਼ ਐਵਨਿਊ ਕੋਰਟ ਦੇ ਵੱਲੋਂ ਦੋਹਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਤਾਂ ਹੁਣ ਇਹ ਵੱਡੀ ਰਾਹਤ ਦੀ ਗੱਲ ਹੈ। ਤਾਂ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਰਾਹਤ ਦਿੱਤੀ ਗਈ ਹੈ। ਰਾਉਜ਼ ਐਵਨਿਊ ਕੋਰਟ ਦੇ ਵੱਲੋਂ ਦੋਹਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਤਾਂ ਸ਼ਰਾਬ ਘੁਟਾਲੇ ਦੇ ਮਾਮਲੇ ਦੇ ਨਾਲ ਜੁੜੀ ਹੋਈ ਸਭ ਤੋਂ ਵੱਡੀ ਇਸ ਵੇਲੇ ਦੀ ਖਬਰ ਹੈ। ਤਾਂ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਵੱਡੀ ਰਾਹਤ ਮਿਲੀ ਹੈ। ਰਾਉਜ਼ ਐਵਨਿਊ ਕੋਰਟ ਦੇ ਵੱਲੋਂ ਦੋਹਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਤਾਂ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਬਰੀ ਕਰ ਦਿੱਤੇ ਗਏ ਨੇ। ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ, ਰਾਉਜ਼ ਐਵਨਿਊ ਕੋਰਟ ਦੇ ਵੱਲੋਂ ਉਹਨਾਂ ਨੂੰ ਰਾਹਤ ਦਿੱਤੀ ਗਈ ਹੈ। ਤਾਂ ਦੋਹਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਬਰੀ ਕਰ ਦਿੱਤਾ ਗਿਆ ਹੈ। ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਰਾਉਜ਼ ਐਵਨਿਊ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਤੇ ਦੋਹਾਂ ਨੂੰ ਇਸ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਗਿਆ ਹੈ। ਤਾਂ ਫੈਸਲੇ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਜੋ ਦਿੱਲੀ ਦੇ ਉਪ ਮੁੱਖ ਮੰਤਰੀ ਰਹਿ ਚੁੱਕੇ ਨੇ, ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਗਿਆ ਹੈ। ਤਾਂ ਇਸ ਮਾਮਲੇ ਦੇ ਵਿੱਚ ਉਸ ਸਮੇਂ ਦੇ ਮੌਜੂਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੂਰਵ ਜੋ ਸਾਬਕਾ ਉਪ ਮੁੱਖ ਮੰਤਰੀ ਨੇ ਮਨੀਸ਼ ਸਿਸੋਦੀਆ, ਦੋਹਾਂ ਨੂੰ ਇਸ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਗਿਆ ਹੈ। ਤਾਂ ਇਸ ਵੇਲੇ ਦੀ ਵੱਡੀ ਖਬਰ ਹੈ, ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਰਾਉਜ਼ ਐਵਨਿਊ ਕੋਰਟ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਹੈ। ਤਾਂ ਵੱਡਾ ਫੈਸਲਾ ਰਾਉਜ਼ ਐਵਨਿਊ ਕੋਰਟ ਦੇ ਵੱਲੋਂ ਸੁਣਾਇਆ ਗਿਆ। ਤਾਂ ਹੁਣ ਇਸ ਫੈਸਲੇ ਦੇ ਤਹਿਤ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਵੱਡੀ ਰਾਹਤ ਮਿਲੀ ਹੈ। ਦੋਹਾਂ ਨੂੰ ਇਸ ਮਾਮਲੇ ਦੇ ਵਿੱਚ ਕੋਰਟ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਹੈ। ਤਾਂ ਰਾਉਜ਼ ਐਵਨਿਊ ਕੋਰਟ ਦੇ ਵੱਲੋਂ ਵੱਡੀ ਰਾਹਤ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਦਿੱਤੀ ਗਈ ਹੈ। ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਰਾਹਤ ਮਿਲੀ ਹੈ। ਤਾਂ ਰਾਉਜ਼ ਐਵਨਿਊ ਕੋਰਟ ਦੇ ਵੱਲੋਂ ਦੋਹਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਤਾਂ ਸ਼ਰਾਬ ਘੁਟਾਲੇ ਦਾ ਮਾਮਲਾ ਸੀ। ਇਸ ਮਾਮਲੇ ਦੇ ਵਿੱਚ ਦੋਹਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਵੱਡੀ ਰਾਹਤ ਜੋ ਹੈ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਮਿਲੀ ਹੈ। ਤਾਂ ਅਦਾਲਤ ਦੇ ਵੱਲੋਂ ਰਾਉਜ਼ ਐਵਨਿਊ ਜੋ ਕੋਰਟ ਹੈ ਉਹਨਾਂ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਹੈ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ। ਤਾਂ ਕੋਰਟ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਹੈ। ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ, ਮਨੀਸ਼ ਸਿਸੋਦੀਆ ਅਤੇ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਗਿਆ ਹੈ। ਤਾਂ ਰਾਉਜ਼ ਐਵਨਿਊ ਕੋਰਟ ਦੇ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਸ਼ਰਾਬ ਘੁਟਾਲੇ ਮਾਮਲੇ 'ਚ। ਤਾਂ ਇਸੇ ਖਬਰ ਤੇ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਬੱਬੀ ਬਾਦਲ ਜੁੜ ਚੁੱਕੇ ਨੇ। ਬੱਬੀ ਬਾਦਲ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪੰਜਾਬ ਲੜਾਈ ਹਿਮਾਚਲ ਦੇ ਉੱਤੇ। ਤਾਂ ਵੱਡੀ ਰਾਹਤ ਅਰਵਿੰਦ ਕੇਜਰੀਵਾਲ ਔਰ ਮਨੀਸ਼ ਸਿਸੋਦੀਆ ਨੂੰ ਦਿੱਤੀ ਗਈ ਹੈ। ਰਾਉਜ਼ ਐਵਨਿਊ ਕੋਰਟ ਦੇ ਵੱਲੋਂ ਦੋਹਾਂ ਨੂੰ ਸ਼ਰਾਬ ਘੁਟਾਲੇ ਮਾਮਲੇ 'ਚ ਬਰੀ ਕਰ ਦਿੱਤਾ ਗਿਆ ਹੈ। ਪਹਿਲਾ ਰਿਐਕਸ਼ਨ ਜਾਣਨਾ ਚਾਹਾਂਗੇ। ਬੱਬੀ ਬਾਦਲ ਜੀ, ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਤਾਂ ਸ਼ਰਾਬ ਘੁਟਾਲੇ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਹੈ, ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਵੱਡੀ ਰਾਹਤ ਮਿਲੀ ਹੈ। ਰਾਉਜ਼ ਐਵਨਿਊ ਕੋਰਟ ਦੇ ਵੱਲੋਂ ਦੋਹਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ, ਮਨੀਸ਼ ਸਿਸੋਦੀਆ ਤੇ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਗਿਆ ਹੈ। ਤਾਂ ਦਿੱਲੀ ਸ਼ਰਾਬ ਨੀਤੀ ਘੁਟਾਲੇ ਮਾਮਲੇ ਦੇ ਵਿੱਚ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਤਾਂ ਰਾਉਜ਼ ਐਵਨਿਊ ਕੋਰਟ ਦੇ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਇਸ ਜੋ ਸ਼ਰਾਬ ਨੀਤੀ ਮਾਮਲਾ ਹੈ ਉਸ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੋਹਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਦਿੱਲੀ ਦੀ ਰਾਉਜ਼ ਐਵਨਿਊ ਕੋਰਟ ਦੇ ਵੱਲੋਂ ਦੋਹਾਂ ਨੂੰ ਬਰੀ ਕਰ ਦਿੱਤਾ ਗਿਆ ਹੈ।
इस मामले दे विच सुनवाई हुई तो मनीष सिसोदिया या जो बाकी आरोपी हैं उनके खिलाफ आरोप तय किए जा सकें। तो इसी स्टेज पर कोर्ट ने सभी को आरोप मुक्त कर दिया है। कोर्ट ने कहा है कि जो सीबीआई के जांच अधिकारी हैं उनके खिलाफ विभागीय जांच होनी चाहिए, ये कोर्ट ने कहा है कुलदीप सिंह को आरोपी बनाए जाने को लेकर। लेकिन जो इस मामले में मुख्य आरोपी थे, क्योंकि जिस वक्त ये केस दर्ज किया गया उस वक्त अरविंद केजरीवाल दिल्ली के मुख्यमंत्री थे, मनीष सिसोदिया उप मुख्यमंत्री थे, इसके अलावा आम आदमी पार्टी से जुड़े जो बड़े नेता हैं, इसके अलावा के कविता और जो बाकी लोग हैं उनको इस मामले में आरोपी बनाया गया था। आज कोर्ट ने अपने फैसले में ये कहा कि सीबीआई की ओर से पेश किए गए तमाम सबूत, सीबीआई की ओर से पेश किए गए तमाम गवाहों के बयान और इस मामले में जो दूसरे डॉक्यूमेंट्री एविडेंस पेश किए गए हैं वो इस लायक नहीं है कि जिनकी बिना पर आरोप तय किए जा सके। कोर्ट ने सीबीआई की जांच पर सवाल खड़े किए हैं। कोर्ट ने यह भी कहा है थोड़ा सा पीछे। हाँ सर, पीछे ही कीजिए मत सर, आप पीछे ही माइक थोड़ा इधर हो जाए, थोड़ा माइक थोड़ा डाउन कर लो, सबके फ्रेम में आ जाएगा। अल्लाह मत बचाओ। पिछले कुछ सालों से भारतीय जनता पार्टी जिस तरह से शराब घोटाला कर रही थी और हमारे ऊपर आरोप लगा रही थी, आज कोर्ट ने और जितने भी एक्यूज्ड थे सबको डिस्चार्ज कर दिया। हम हमेशा कहते थे सत्य की जीत होती है, हमें भारतीय न्याय प्रणाली पे भरोसा है। मैं जज साहब का बहुत बहुत शुक्रिया अदा करता हूँ जिन्होंने हमारे साथ न्याय किया। मैं हमेशा कहता था कि भगवान हमारे साथ है, किया सत्य की जीत हुई। मैं हमेशा कहता था कि भगवान हमारे साथ है। मोदी जी ने और अमित शाह जी ने मिलके आजाद भारत का सबसे बड़ा राजनीतिक षड्यंत्र रचा। आम आदमी पार्टी को खत्म करने के लिए आम आदमी पार्टी के सबसे बड़े 5 नेताओं को जेल में डाल दिया गया। यहाँ तक कि सिटिंग चीफ मिनिस्टर, जो आज तक भारत के इतिहास में कभी नहीं हुआ, सिटिंग चीफ मिनिस्टर को उसके घर से घसीटकर जेल में डाला गया और 6 महीने तक जेल में रखा गया। हमारे उप मुख्यमंत्री मनीष सिसोदिया जी, उनको लगभग 2 साल तक जेल में रखा गया। पूरा का पूरा फर्जी केस था। हमारे ऊपर कीचड़ फेंका गया। 24 घंटे टीवी चैनलों के ऊपर डिबेट चलते थे, खबरें दिखाई जाती थी केजरीवाल भ्रष्ट है, केजरीवाल भ्रष्ट है। हो गया संभालिए सर, अपने आप संभालिए, हिम्मत सर, पीछे लाओ मत भाई। केजरीवाल भ्रष्ट नहीं है। मैंने केवल अपनी जिंदगी में ईमानदारी कमाई है। इन्होंने झूठा केस लगाया और आज ये साबित हो गया। कोर्ट ने कहा है कि केजरीवाल कट्टर ईमानदार है, मनीष सिसोदिया कट्टर ईमानदार है, आम आदमी पार्टी कट्टर ईमानदार है। मैं प्रधानमंत्री जी से कहना चाहता हूं, सत्ता के लिए इस तरह से खिलवाड़ मत कीजिए देश के साथ, इस तरह से संविधान के साथ खिलवाड़ मत कीजिए। आपको सत्ता चाहिए, अच्छे काम कीजिए। आज देश के सामने इतनी बड़ी बड़ी समस्याएं हैं, महंगाई है, बेरोजगारी है, पूरे देश में सड़कें टूटी पड़ी है, चारों तरफ पोल्यूशन ही पोल्यूशन हो रहा है, चारों तरफ देश में इतनी समस्याएं हैं। उन समस्याओं का समाधान करके सत्ता में आइए ना। केजरीवाल पे, आम आदमी पार्टी पे झूठे केस क्यों करते हैं? अच्छा काम करके सत्ता में आइए। इस तरह के झूठे केस करना और 24 घंटे विरोधियों के, विपक्षियों के खिलाफ
ऊट पटांग के केस करना, उनको जेल में डालना, ये एक प्रधानमंत्री को शोभा नहीं देता। इससे देश आगे नहीं बढ़ेगा। देश आगे तब बढ़ेगा जब जनता की समस्याओं का समाधान किया जाएगा। कोर्ट ने सीबीआई के ऊपर आज एक बार फिर गर्व हो रहा है देश के संविधान पर, बाबा साहब अम्बेडकर पर, जिन्होंने इतना शानदार संविधान दिया और सत्य की जीत हुई है। सर सीबीआई के ऊपर भी सर ਤਾਂ ਸ਼ਰਾਬ ਨੀਤੀ ਘੁਟਾਲੇ ਮਾਮਲੇ 'ਚ ਰਾਹਤ ਮਿਲੀ ਤਾਂ ਅਦਾਲਤ ਤੋਂ ਬਾਹਰ ਆਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਵੱਲੋਂ ਆਪਣੀਆਂ ਜੋ ਵਿਚਾਰ ਸਾਂਝੇ ਕੀਤੇ ਗਏ ਤਾਂ ਇਸ ਦੌਰਾਨ ਉਹ ਭਾਵੁਕ ਹੁੰਦੇ ਹੋਏ ਵੀ ਨਜ਼ਰ ਆਏ। ਤਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅਦਾਲਤ ਦੇ ਵੱਲੋਂ ਉਹਨਾਂ ਨੂੰ ਬਰੀ ਕੀਤਾ ਗਿਆ ਹੈ ਤਾਂ ਅਦਾਲਤ ਦੇ ਵੱਲੋਂ ਕਿਹਾ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਕੱਟੜ ਇਮਾਨਦਾਰ ਹੈ ਤਾਂ ਆਮ ਆਦਮੀ ਪਾਰਟੀ ਕੱਟੜ ਇਮਾਨਦਾਰ ਹੈ। ਦੱਸ ਦੇ ਕਿ ਅਰਵਿੰਦ ਕੇਜਰੀਵਾਲ ਸ਼ਰਾਬ ਘੁਟਾਲੇ ਦੇ ਮਾਮਲੇ ਦੇ ਵਿੱਚ ਜ਼ਮਾਨਤ ਤੇ ਸਨ ਤਾਂ 13 ਜੁਲਾਈ 2024 ਨੂੰ ਜੇਲ੍ਹ ਤੋਂ ਬਾਹਰ ਆਏ ਸੀ। ਤਾਂ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਕੇਜਰੀਵਾਲ ਦੇ ਖਿਲਾਫ ਈਡੀ ਤੇ ਸੀਬੀਆਈ ਦੋਨਾਂ ਜਾਂਚ ਏਜੰਸੀਆਂ ਦੇ ਵੱਲੋਂ ਕੇਸ ਦਰਜ ਕੀਤਾ ਗਿਆ ਸੀ। ਈਡੀ ਨੇ ਉਹਨਾਂ ਨੂੰ 21 ਮਾਰਚ 2024 ਨੂੰ गिरफ्तार किया सी। इस तो बाद 26 जून ਨੂੰ सीबीआई ने जेल तो ही उन्होंने हिरासत ਦੇ ਵਿੱਚ ਲੈ ਲਿਆ ਸੀ। ਤਾਂ ईडी मामले 'ਚ ਉਹਨਾਂ ਨੂੰ ਸੁਪਰੀਮ ਕੋਰਟ ਨੇ 12 ਜੁਲਾਈ ਨੂੰ ਜ਼ਮਾਨਤ ਦਿੱਤੀ ਸੀ। ਤਾਂ ਹੁਣ ਇਸੇ ਮਾਮਲੇ ਦੇ ਵਿੱਚ ਉਹਨਾਂ ਨੂੰ ਰਾਹਤ ਦਿੱਤੀ ਗਈ ਹੈ। ਤਾਂ ਦਿੱਲੀ ਦੀ ਰਾਉਜ਼ ਐਵਨਿਊ ਕੋਰਟ ਦੇ ਵੱਲੋਂ ਰਾਹਤ ਦਿੰਦਿਆਂ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੋਵਾਂ ਨੂੰ ਇਸ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਹੈ। ਤਾਂ ਬਰੀ ਹੋਣ ਤੋਂ ਬਾਅਦ ਅਦਾਲਤ ਤੋਂ ਨਿਕਲਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਭਾਵੁਕ Everything which they have to say, all statements have been seen, perused by the court, and after perusing everything, it is not a apprehension, it is not a suspicion, it is a court who has gone through everything, and after going through everything, every statement, every document, it has held that there is no charge which is made out against Mr. Kejriwal and the other accused person, which includes Mr. Manish Sisodia. सर काफी कोर्ट जो है वो कोर्ट ने कोर्ट की है कि भी जो प्रोफेशनल स्टेटमेंट था प्रोसिक्यूशन विटनेस का वही चार्जशीट में नहीं सीबीआई ने लगाया। इन लेखों पे क्या कोर्ट ने कहा है? I would not go to everything, but कोर्ट ने एक रिमार्क किया है कि कोर्ट during the proceedings in charge had asked for the confessional statement which was made in 3064. The investigating officer perhaps had stated that it is not with him. The court has noted that in the sealed cover it is very much there. It was a copy which was given to him, and that statement was never produced in the charge sheet. And in fact there were various statements which are taken even after the confessional statement, which the court had said that you can't do it once there is a full disclosure made in the confessional statement which is not produced in the charge sheet. How can you take other statements? Apart from that, the court has very emphatically stated that the rule of law has to be preserved. The machinery in criminal law is not to implicate somebody illegally, but only to do justice, and court has tilted the balance towards the justice. सर एक और चीज कही, जो प्राइस फिक्सेशन का मामला था उसमें कहा कोर्ट ने कि वो पूरा डेलिब्रेशन डिस्कशन और जो ईएम का अप्रूवल था उसके बाद ही किया गया। सो एलिगेशन सीबीआई का ये था कि जो पॉलिसी बनाई गई उसमें मैनिपुलेशन किया गया, उसमें फर्जी दस्तावेज जोड़े गए। कोर्ट ने ये कहा है कि जब एक्साइज पॉलिसी बनी उसके जितने भी एविडेंस, जितनी भी कोर्ट फाइल, जितने भी कैबिनेट नोट, जितने भी ऑफिशियल नोटिंग है, अगर आप उनको देखेंगे तो आप पाएंगे दैट द पॉलिसी हैज बीन पुट टू एवरी इंस्टीट्यूशन in the machinery, and it cannot be said that only one person has made this. In fact, the court has drawn a parallel where the court had said that the policy was also given to the office of Honorable LG. Honorable LG has also looked at it, and Honorable LG has also approved the policy. The court had said that if you are making Mr. Manish Sisodia or Mr. Kejriwal as an accused, why was not other person who were involved in the excise policy not made an accused? After that, the court had said that after seeing what has happened, how the policy was framed, it is actually seen that every institution, every stakeholder has been taken into confidence, and the file has gone to every stakeholder, and at no point of time there was any doubt which was framed at that contemporaneous point of time against the policy. साउथ ग्रुप का जो वर्ड है उसके ऊपर भी कोर्ट ने ऑब्जेक्शन किया है, डिस्क्रिमिनेटरी बताया है, क्या कहना है चाहिए? कोर्ट ने ये कहा है कि सीबीआई ने अपनी चार्जशीट के अंदर स्पेसिफिकली
जो अक्यूज पर्सन्स थे आंध्र प्रदेश से या हमारे दक्षिण पार्ट के जो क्षेत्र हैं उससे, उनको एक टैग दे दिया गया साउथ ग्रुप. This, according to the judge, is against the international practices. It is against the rule of law. You cannot discriminate people on the basis of the region. And court has taken a very strong view, and in fact has also made few comments in the order saying that CBI has to ensure that in the future cases they cannot term or ostracize one region of the country like this. There's a court also said that the safeguard of constitutional post should be preserved, not implicated like this. Court had said that what is the most important thing is rule of law, and the criminal process is not to illegally implicate somebody. And once you do it, it is even more grave in the case of people who are occupying constitutional posts, because those people have reached constitutional post after the public has chosen them. So if you by illegally making out a case, take these people inside and infirm their liberty, this is something which goes against the rule of law, and that is why he has discharged the accused person in the matter. Thank you, sir. Thank you. थोड़ा पूछिए ना भाई साहब. आज एक बार फिर गर्व हो रहा है देश के संविधान पर, बाबा साहब अम्बेडकर पर, जिन्होंने इतना शानदार संविधान दिया और सत्य की जीत हुई है. सर ਤਾਂ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਸ਼ਰਾਬ ਨੀਤੀ ਘੁਟਾਲੇ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਗਿਆ ਹੈ। ਤਾਂ ਅਦਾਲਤ ਤੋਂ ਬਾਹਰ ਆਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਭਾਵੁਕ नजर आए। पिछले कुछ सालों से भारतीय जनता पार्टी जिस तरह से शराब घोटाला कर रही थी और हमारे ऊपर आरोप लगा रही थी, आज कोर्ट ने सारे आरोप खारिज कर दिए और जितने भी एक्यूज्ड थे सबको डिस्चार्ज कर दिया। हम हमेशा कहते थे सत्य की जीत होती है, हमें भारतीय न्याय प्रणाली पे भरोसा है। मुंह पे जा रहे सर के माइक नीचे। मैं जज साहब का बहुत बहुत शुक्रिया अदा करता हूं जिन्होंने हमारे साथ न्याय किया। हम हमेशा कहते थे सत्य की जीत होती है, हमें भारतीय न्याय प्रणाली पे भरोसा है। मुंह पे जा रहे सर के माइक नीचे। मैं जज साहब का बहुत बहुत शुक्रिया अदा करता हूं जिन्होंने हमारे साथ न्याय किया, सत्य की जीत हुई। मैं हमेशा कहता था कि भगवान हमारे साथ है। मोदी जी ने और अमित शाह जी ने मिलके आजाद भारत का सबसे बड़ा राजनीतिक षड्यंत्र रचा। आम आदमी पार्टी को खत्म करने के लिए आम आदमी पार्टी के सबसे बड़े 5 नेताओं को जेल में डाल दिया गया। यहाँ तक कि सिटिंग चीफ मिनिस्टर, जो आज तक भारत के इतिहास में कभी नहीं हुआ, सिटिंग चीफ मिनिस्टर को उसके घर से घसीटकर जेल में डाला गया और 6 महीने तक जेल में रखा गया। हमारे उप मुख्यमंत्री मनीष सिसोदिया जी, उनको लगभग 2 साल तक जेल में रखा गया। पूरा का पूरा फर्जी केस था। हमारे ऊपर कीचड़ फेंका गया। 24 घंटे टीवी चैनलों के ऊपर डिबेट चलते थे, खबरें दिखाई जाती थी केजरीवाल भ्रष्ट है, केजरीवाल भ्रष्ट है। हो गया संभालिए सर अपने आप, संभालिए हिम्मत सर, लाओ मत भाई। केजरीवाल भ्रष्ट नहीं है। मैंने केवल अपनी जिंदगी में ईमानदारी कमाई है। इन्होंने झूठा केस लगाया और आज ये साबित हो गया। कोर्ट ने कहा है कि केजरीवाल कट्टर ईमानदार है, मनीष सिसोदिया कट्टर ईमानदार है, आम आदमी पार्टी कट्टर ईमानदार है। मैं प्रधानमंत्री जी से कहना चाहता हूं, सत्ता के लिए इस तरह से खिलवाड़ मत कीजिए देश के साथ, इस तरह से संविधान के साथ खिलवाड़ मत कीजिए। आपको सत्ता चाहिए
अच्छे काम कीजिए। आज देश के सामने इतनी बड़ी बड़ी समस्याएं हैं, महंगाई है, बेरोजगारी है, पूरे देश में सड़कें टूटी पड़ी है, चारों तरफ पोल्यूशन ही पोल्यूशन हो रहा है, चारों तरफ देश में इतनी समस्याएं हैं। उन समस्याओं का समाधान करके सत्ता में आइए ना। केजरीवाल पे, आम आदमी पार्टी पे झूठे केस क्यों करते हैं? अच्छा काम करके सत्ता में आइए। इस तरह के झूठे केस करना ਤਾਂ ਸਾਡੇ ਨਾਲ ਜੀ ਤਾਂ ਸਾਡੇ ਨਾਲ ਡਾਕਟਰ ਬਲਬੀਰ ਜੀ ਜੁੜੇ ਹੋਏ ਨੇ। ਬਲਬੀਰ ਜੀ, ਬਹੁਤ-ਬਹੁਤ ਸਵਾਗਤ ਹੈ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਉੱਤੇ। ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਵੱਡੀ ਰਾਹਤ ਮਿਲੀ ਹੈ ਸ਼ਰਾਬ ਨੀਤੀ ਘੁਟਾਲੇ ਮਾਮਲੇ 'ਚ। ਪਹਿਲਾ ਰਿਐਕਸ਼ਨ ਜਾਨਣਾ ਚਾਹਾਂਗੇ। कूड़ उकट्टे नानका ओढ़ सच सही। ਅੱਜ ਸੱਚ ਦੀ ਜਿੱਤ ਹੋਈ ਹੈ ਜੀ। ਸਾਨੂੰ ਹਮੇਸ਼ਾ ਸਾਨੂੰ ਪਤਾ ਸੀਗਾ ਕਿ ਸਾਡੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਡੇ ਨੈਸ਼ਨਲ ਕਨਵੀਨਰ ਔਰ ਮਨੀਸ਼ ਸਿਸੋਦੀਆ ਜੀ ਪਾਕ ਸਾਫ ਔਰ ਬਹੁਤ ਇਮਾਨਦਾਰ ਲੀਡਰ ਹੈ ਜਿਹੜੇ ਮਤਲਬ ਦੇਸ਼ ਦੀ ਸੇਵਾ ਕਰ ਰਹੇ ਆ। ਔਰ ਜਿਹੜੇ ਬੰਦਿਆਂ ਨੇ ਉਹਨਾਂ ਤੇ ਝੂਠੇ ਕੇਸ ਪਾਏ ਸੀਗੇ ਅੱਜ ਉਹਨਾਂ ਨੂੰ ਜਵਾਬ ਮਿਲ ਗਿਆ। ਅਸੀਂ ਮਾਨਯੋਗ ਅਦਾਲਤ ਦਾ ਔਰ ਸਤਿਗੁਰ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦੇ ਹਾਂ ਕਿ ਸੱਚਾਈ ਦੀ ਜਿੱਤ ਹੋਈ ਆ ਔਰ ਜਿਹੜਾ ਝੂਠ ਹੈ ਉਹ ਬੇਪਰਦ ਹੋਇਆ ਸੀ ਜੀ। ਤਾਂ ਰੋਹਿਤ ਵੀ ਮੇਰੇ ਨਾਲ ਮੇਰੇ ਸਹਿਯੋਗੀ ਜੁੜੇ ਹੋਏ ਨੇ। ਰੋਹਿਤ, ਓਵਰ ਟੂ ਯੂ। और डॉक्टर साहब, जिस तरीके के नाल अरविंद केजरीवाल जी ने एक बड़ा बयान दिता, उन्होंने सीधे तौर पे कहा कि आम आदमी पार्टी नूं खत्म करने की एक साजिश रची गई सी, जिस दी वजह दे करके एक सिटिंग मुख मंत्री नूं घड़ीस के उसदे घर तो जेल दे विच सिट्टिया जांदा हैगा। इस बयान नूं तुसीं किवें देखदे हो? मैं बिल्कुल जी बिल्कुल ਇਹਦੇ ਬਾਰੇ ਕੋਈ ਸ਼ੱਕ ਹੀ ਨਹੀਂ ਹੈ ਜੀ। ਸਾਡੀਆਂ ਪਾਰਲੀਮੈਂਟ ਦੀਆਂ ਇਲੈਕਸ਼ਨ ਹੋਣੀਆਂ ਸੀ, ਉਹਨਾਂ ਨੂੰ ਕੰਪੇਨਿੰਗ ਦੀ ਵੀ ਬਿਲਕੁਲ ਅਖੀਰ ਤੇ ਜਾ ਕੇ ਮਾਨਯੋਗ ਅਦਾਲਤ ਨੇ ਔਰ ਪੰਜਾਬ ਦੇ ਵਿੱਚ ਜਿਹੜਾ ਸਾਨੂੰ ਹੋਰ ਵੀ ਦੂਜੀਆਂ ਸਟੇਟਸ ਦੇ ਵਿੱਚ ਜਿਹੜੀਆਂ ਸਾਡੀਆਂ ਕੋਈ ਮਤਲਬ 25-30 ਸੀਟਾਂ ਆਣੀਆਂ ਸੀਗੀਆਂ ਤੇ ਉਹ ਸਾਨੂੰ ਉਹਦੇ ਵਿੱਚ ਨੁਕਸਾਨ ਹੋਇਆ। ਔਰ ਦਿੱਲੀ ਦੀ ਇਲੈਕਸ਼ਨ ਦੇ ਵਿੱਚ ਵੀ ਦਿੱਲੀ ਦੇ ਵਿੱਚ ਕੰਮ ਨਹੀਂ ਕਰਨ ਦਿੱਤਾ ਗਿਆ। ਸਾਡੀ ਸਾਰੀ ਸਮੁੱਚੀ ਲੀਡਰਸ਼ਿਪ ਨੂੰ ਅਰਵਿੰਦ ਕੇਜਰੀਵਾਲ ਜੀ, ਮਨੀਸ਼ ਸਿਸੋਦੀਆ ਜੀ ਜਿਹਨੇ ਦੇਸ਼ ਦੇ ਵਿੱਚ ਸਭ ਤੋਂ ਵਧੀਆ ਸਕੂਲ ਬਣਾਏ ਔਰ ਇੱਕ ਨਵੀਂ ਐਜੂਕੇਸ਼ਨ ਪਾਲਿਸੀ ਲੈ ਕੇ ਆਏ ਔਰ ਇੱਕ ਨਵਾਂ ਸਾਰਾ ਜਿਹੜਾ ਸਕਿੱਲ ਬੇਸਡ ਐਜੂਕੇਸ਼ਨ ਦਾ ਲੈ ਕੇ ਆਏ ਕਨਸੈਪਟ ਔਰ ਸਤਿੰਦਰ ਜੈਨ ਜੀ ਜਿਨ੍ਹਾਂ ਨੇ ਬਹੁਤ ਵਧੀਆ ਇੱਕ ਸਿਹਤ ਦਾ ਮਾਡਲ ਦਿੱਤਾ, ਉਹਨੂੰ ਸਾਰੇ ਨੂੰ ਬਦਨਾਮ ਕਰਨ ਵਾਸਤੇ ਇਹਨਾਂ ਨੇ ਇਹ ਬਿਲਕੁਲ ਸਾਜ਼ਿਸ਼ ਸੀਗੀ ਜੀ। ਅਰਵਿੰਦ ਕੇਜਰੀਵਾਲ ਜੀ ਦੀ ਜੋ ਰਾਜਨੀਤੀ ਸੀ ਕਿ ਸਿਹਤ, ਸਿੱਖਿਆ, ਰੁਜ਼ਗਾਰ ਔਰ ਜਿਹੜੀਆਂ ਬੁਨਿਆਦੀ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਾਣ ਉਹ ਰਾਜਨੀਤੀ ਕੀਤੀ ਜਾਵੇ, ਉਹਨਾਂ ਨੂੰ ਢਾਹ ਲਾਉਣ ਵਾਲੀ ਗੱਲ ਸੀ ਜੀ। ਬਿਲਕੁਲ ਸਰ, ਜਿਸ ਤਰੀਕੇ ਦੇ ਨਾਲ ਅਸੀਂ ਦੇਖਿਆ ਅਰਵਿੰਦ ਕੇਜਰੀਵਾਲ ਭਾਵੁਕ ਵੀ ਹੋ ਗਏ, ਉਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਸੀ ਔਰ ਮਨੀਸ਼ ਸਿਸੋਦੀਆ ਜੀ ਉਹਨਾਂ ਨੂੰ ਸੰਭਾਲਦੇ ਹੋਏ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਅੱਜ ਕੋਰਟ ਨੇ ਸਾਬਤ ਕਰਤਾ ਕਿ ਅਰਵਿੰਦ ਕੇਜਰੀਵਾਲ ਕੱਟੜ ਇਮਾਨਦਾਰ ਹੈ ਔਰ ਜਿਹੜੀ ਗੱਲ ਅਸੀਂ ਪਹਿਲਾਂ ਦੀ ਕਹਿੰਦੇ ਸੀ ਉਹੀ ਗੱਲ ਕੋਰਟ ਦੇ ਵਿੱਚ ਸਾਬਤ ਹੋ ਪਈ ਹੈ। ਬਿਲਕੁਲ ਸਾਬਤ ਹੋਈ ਹੈ ਜੀ, ਬਿਲਕੁਲ ਸਾਬਤ ਹੋਈ ਹੈ ਔਰ ਉਹਨਾਂ ਨੂੰ ਉਹਨਾਂ ਦੀ ਮੈਡੀਕਲ ਟ੍ਰੀਟਮੈਂਟ ਤੱਕ ਡਿਨਾਈ ਕੀਤੀ ਗਈ ਜੀ। ਸਾਡਾ ਦਿਲ ਦੁਖਿਆ ਸੀਗਾ ਜੀ, ਜਿਹੜੇ ਲੱਖਾਂ ਕਰੋੜਾਂ ਲੋਕ ਜਿਹੜੇ ਕੇਜਰੀਵਾਲ ਨੂੰ ਪਿਆਰ ਕਰਦੇ ਆ, ਜਿਹੜੇ ਉਹਦੀ ਰਾਜਨੀਤੀ ਨਾਲ ਸਹਿਮਤ ਹੈ, ਉਹਨਾਂ ਨੂੰ ਸਾਰਿਆਂ ਨੂੰ ਅੱਜ ਇੱਕ ਸਾਡੇ ਵਾਸਤੇ ਬਹੁਤ ਵੱਡਾ ਦਿਨ ਹੈ। ਅਸੀਂ ਸਤਿਗੁਰ ਸੱਚੇ ਪਾਤਸ਼ਾਹ ਦਾ ਔਰ ਭਗਵਾਨ ਰਾਮ ਦਾ, ਹਨੂਮਾਨ ਜੀ ਦਾ, ਕਿਉਂਕਿ ਅਰਵਿੰਦ ਕੇਜਰੀਵਾਲ ਜੀ ਦਾ ਵੀ ਰੱਬ ਤੇ ਬਹੁਤ ਵਿਸ਼ਵਾਸ ਹੈ ਔਰ ਇਹ ਮਤਲਬ ਇੱਕ ਡਿਵਾਈਨ ਜਸਟਿਸ ਵੀ ਆ ਔਰ ਮਾਨਯੋਗ ਅਦਾਲਤ ਵੱਲੋਂ ਵੀ ਇਨਸਾਫ ਮਿਲਿਆ ਔਰ ਲੋਕਾਂ ਦੇ ਵਿੱਚ ਜਿਹੜਾ ਸੀਗਾ ਉਹਨਾਂ ਦਾ ਜਿਹੜਾ ਸਟੈਂਡ ਹੈ ਅਰਵਿੰਦ ਕੇਜਰੀਵਾਲ ਜੀ ਦਾ, ਮਨੀਸ਼ ਸਿਸੋਦੀਆ ਜੀ ਦਾ, ਉਹ ਵਿੰਡੀਕੇਟ ਹੋਇਆ ਜੀ। ਸਰ, ਇੱਕ ਤਰੀਕੇ ਦੇ ਨਾਲ ਦੇਖਿਆ ਜਾਵੇ ਦਿੱਲੀ ਦੇ ਵਿੱਚ ਇਲੈਕਸ਼ਨ ਸੀਗੇ, ਇਲੈਕਸ਼ਨ ਤੋਂ ਪਹਿਲਾਂ ਏਡੇ ਵੱਡੇ ਇਲਜ਼ਾਮ ਲੱਗ ਜਾਣੇ ਕਿ ਜਿਹੜੀ ਪਾਰਟੀ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿੰਦੀ ਸੀ ਇਸ ਨੇ ਤਾਂ ਕਰੋੜਾਂ ਰੁਪਏ ਦਾ ਘੁਟਾਲਾ ਕਰਤਾ ਔਰ ਕਿਤੇ ਨਾ ਕਿਤੇ ਇਸ ਚੀਜ਼ ਦਾ ਇੱਕ ਅਸਰ ਲੋਕਾਂ ਦੇ ਵਿੱਚ ਵੀ ਗਿਆ। ਲੋਕਾਂ ਨੇ ਤੁਹਾਨੂੰ ਵੋਟਾਂ ਨਹੀਂ ਪਾਈਆਂ, ਦਿੱਲੀ ਦੇ ਵਿੱਚ ਸੱਤਾ ਤੋਂ ਬਾਹਰ ਹੋ ਗਏ। ਲੱਗਦਾ ਕਿ ਇਹ ਇਲਜ਼ਾਮਾਂ ਦਾ ਜਿਹੜਾ ਨੁਕਸਾਨ ਆ ਉਹ ਦਿੱਲੀ ਵਿੱਚ ਤਾਂ ਭੁਗਤਣਾ ਪਿਆ, ਪਰ ਪੰਜਾਬ ਦੇ ਇਲੈਕਸ਼ਨ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਕੋਰਟ ਨੇ ਬਰੀ ਕੀਤਾ ਤਾਂ ਪੰਜਾਬ ਦੇ ਵਿੱਚ ਇਸ ਦਾ ਪੋਜ਼ਿਟਿਵ ਅਸਰ ਜ਼ਰੂਰ ਦੇਖਣ ਨੂੰ ਮਿਲੇਗਾ। ਜੀ ਬਿਲਕੁਲ ਹੋਏਗਾ ਜੀ। ਦਿੱਲੀ ਦੇ ਵਿੱਚ ਜਿਹੜੀ ਇਹਨਾਂ ਨੇ ਝੂਠ ਦੇ ਸਹਾਰੇ ਨਾਲ ਸਰਕਾਰ ਬਣਾਈ ਆ ਉਹ ਪਹਿਲਾਂ ਹੀ ਬਦਨਾਮ ਆ ਜੀ। ਦਿੱਲੀ ਦੇ ਲੋਕ, ਮੈਂ ਹੁਣ ਦਿੱਲੀ ਜਾ ਕੇ ਆਇਆ ਮੈਂ 2-3 ਵਾਰੀ, ਤੇ ਦਿੱਲੀ ਦੇ ਲੋਕ ਪਛਤਾ ਰਹੇ ਆ ਕਿ ਸਾਡੇ ਕੋਲ ਜ਼ਿੰਦਗੀ ਦੀ ਸਭ ਤੋਂ ਵੱਡੀ ਭੁੱਲ ਹੋ ਗਈ ਆ ਕਿ ਅਸੀਂ ਇਹਨਾਂ ਤੇ ਟਰਸਟ ਕਰ ਲਿਆ। ਇਹਨਾਂ ਨੇ ਜਿੰਨੇ ਵਾਅਦੇ ਕੀਤੇ ਸੀਗੇ ਆਲਰੇਡੀ ਸਾਰੇ ਮੁੱਕਰ ਚੁੱਕੇ ਆ ਜੀ। ਮਤਲਬ ਨਾ ਤਾਂ ਉੱਥੇ ਕਹਿੰਦੇ ਸੀ ਜਿੱਥੇ ਝੁੱਗੀ ਉੱਥੇ ਮਕਾਨ, ਨਾ ਤਾਂ ਉਹ ਹੋਇਆ ਜੀ, ਨਾ ਜਮਨਾ ਸਾਫ਼ ਹੋਈ ਹੈ ਔਰ ਇਹਨਾਂ ਨੇ ਜਿਹੜੇ ਸਾਡੇ ਮਹੱਲਾ ਕਲੀਨਿਕ ਬਣਾਏ ਹੋਏ ਸੀ ਉਹ ਸਾਰੇ ਜਿਹੜੇ ਹੈਗੇ ਆ ਉਹਨਾਂ ਨੂੰ ਇਹਨਾਂ ਨੇ ਬੰਦ ਕਰਨੇ ਸ਼ੁਰੂ ਕਰ ਦਿੱਤਾ ਔਰ ਲੋਕਾਂ ਨੂੰ ਦਵਾਈਆਂ ਮਿਲਣੀਆਂ ਬੰਦ ਹੋ ਗਈਆਂ। ਫ੍ਰੀ ਬਿਜਲੀ ਵੀ ਜਿਹੜੀ ਹੈਗੀ ਆ, ਸਾਰਾ ਕੁਝ ਹੌਲੀ ਹੌਲੀ ਜਿਹੜੇ ਵੱਡੇ 300 ਬੈੱਡ ਦੇ ਵੱਡੇ ਹਸਪਤਾਲ ਬਣ ਰਹੇ ਸੀਗੇ ਉਹ ਸਾਰੇ ਪ੍ਰਾਈਵੇਟ ਕਰ ਰਹੇ ਆ। ਇਹਨਾਂ ਦੀ ਤਾਂ ਜਿਹੜੀ ਪਾਲਿਸੀ ਸੀ ਨਾ ਜੀ, ਇਹਨਾਂ ਦਾ ਝੂਠ ਹੈ, ਬੇਪਰਦ ਹੋ ਗਿਆ ਇਹ। ਬਟ ਇਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਨੁਕਸਾਨ ਹੋਏਗਾ ਪੂਰੇ ਦੇਸ਼ ਵਿੱਚ ਹੋਏਗਾ। ਜਿਹੜਾ ਇਹਨਾਂ ਨੂੰ ਲੱਗਦਾ ਸੀ ਟੈਂਪਰੇਰੀ ਦਿੱਲੀ 'ਚ ਗੇਨ ਕੀਤਾ,
ਇਹਨਾਂ ਨੂੰ ਪੂਰੇ ਦੇਸ਼ ਵਿੱਚ ਨੁਕਸਾਨ ਹੋਏਗਾ। ਪੰਜਾਬ 'ਚ ਵੀ ਸਰਕਾਰ ਬਣੇਗੀ ਸਾਡੀ ਜੀ, ਸੱਚ ਦੀ ਜਿੱਤ ਹੋਏਗੀ ਔਰ ਇਸ ਵਾਰੀ ਇਹਨਾਂ ਕੋਲੋਂ ਗੁਜਰਾਤ ਵੀ ਜਾਏਗਾ, ਗੋਆ ਵੀ ਜਾਏਗਾ। ਸੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਬਹੁਤ ਬਹੁਤ ਧੰਨਵਾਦ। ਯੂਤੀ ਓਵਰ ਟੂ ਯੂ। ਤਾਂ ਸ਼ਰਾਬ ਘੁਟਾਲੇ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ। ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਵੱਡੀ ਰਾਹਤ ਮਿਲੀ। ਰਾਉਜ਼ ਐਵਨਿਊ ਕੋਰਟ ਨੇ ਦੋਹਾਂ ਨੂੰ ਬਰੀ ਕੀਤਾ ਹੈ ਤਾਂ ਵੱਡੀ ਰਾਹਤ ਮਿਲੀ ਹੈ। ਤਾਂ ਕੋਰਟ ਤੋਂ ਬਾਹਰ ਆਉਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਭਾਵੁਕ ਹੁੰਦੇ ਹੋਏ ਵੀ ਨਜ਼ਰ ਆਏ। ਉਹਨਾਂ ਦਾ ਵੱਲੋਂ ਕਿਹਾ ਗਿਆ ਕਿ ਅਦਾਲਤ ਨੇ ਵੀ ਇਹ ਗੱਲ ਆਖੀ ਹੈ ਕਿ ਅਰਵਿੰਦ ਕੇਜਰੀਵਾਲ ਕੱਟੜ ਇਮਾਨਦਾਰ ਹੈ, ਮਨੀਸ਼ ਸਿਸੋਦੀਆ ਕੱਟੜ ਇਮਾਨਦਾਰ ਨੇ। ਤਾਂ ਸ਼ਰਾਬ ਨੀਤੀ ਘੁਟਾਲੇ ਮਾਮਲੇ ਦੇ ਵਿੱਚ ਵੱਡੀ ਰਾਹਤ ਰਾਉਜ਼ ਐਵਨਿਊ ਕੋਰਟ ਦੇ ਵੱਲੋਂ ਦਿੱਤੀ ਗਈ ਹੈ। ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਇਸ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਗਿਆ ਹੈ। ਤਾਂ ਰਾਹਤ ਵਾਲੀ ਖਬਰ ਹੈ, ਵੱਡੀ ਰਾਹਤ ਮਿਲੀ ਹੈ। ਸ਼ਰਾਬ ਨੀਤੀ ਘੁਟਾਲੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ। ਤਾਂ ਅਰਵਿੰਦ ਕੇਜਰੀਵਾਲ ਅਦਾਲਤ ਤੋਂ ਬਾਹਰ ਆਏ, ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਤਾਂ ਇਸ ਦੌਰਾਨ ਉਹ ਬੇहद ਹੀ ਭਾਵੁਕ ਨਜ਼ਰ ਆਏ, ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਨਜ਼ਰ ਆਏ। ਤਾਂ ਰੋਹਿਤ ਮੇਰੇ ਨਾਲ ਲਗਾਤਾਰ ਜੁੜੇ ਹੋਏ ਨੇ। ਰੋਹਿਤ, ਓਵਰ ਟੂ ਯੂ। ਲਾਲਜੀਤ ਸਿੰਘ ਭੁੱਲਰ ਜੀ ਮੇਰੇ ਨਾਲ ਨੇ। ਭੁੱਲਰ ਸਾਹਿਬ, ਤਾਂ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਜਿਹੜਾ ਦਿੱਲੀ ਦੀ ਕਹਿ ਲਈਏ ਕਿ ਰਾਉਜ਼ ਐਵਨਿਊ ਕੋਰਟ ਦੇ ਵੱਲੋਂ ਫੈਸਲਾ ਕੀਤਾ ਗਿਆ ਕਿ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਔਰ ਹੋਰ ਬਹੁਤ ਸਾਰੇ ਜਿਹੜੇ 23 ਇਸ ਮਾਮਲੇ ਦੇ ਵਿੱਚ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ, ਸਾਰਿਆਂ ਨੂੰ ਬਰੀ ਕਰ ਦਿੱਤਾ ਗਿਆ ਔਰ ਇੱਕ ਤਰੀਕੇ ਦੇ ਨਾਲ ਕੇਸ ਰੱਦ ਕਰ ਦਿੱਤਾ ਗਿਆ। ਪਹਿਲਾ ਰਿਐਕਸ਼ਨ ਕੀ ਹੈ ਤੁਹਾਡਾ? ਗੱਲ ਹੈ ਜੀ, ਇਹ ਤੇ ਪਹਿਲਾਂ ਹੀ ਪਤਾ ਸੀ ਵੀ ਜਿਹੜੀ ਇਹ ਪਾਲਿਸੀ ਹੈ ਇਹਦੇ 'ਚ ਕੋਈ ਘਟਾਲਾ ਨਹੀਂ ਹੋਇਆ, ਕੋਈ ਇਹਦੇ 'ਚ ਗਲਤ ਪਾਲਿਸੀ ਨਹੀਂ ਵਰਤੀ ਗਈ, ਇਹਦੇ ਨਾਲ ਤੇ ਰੈਵਨਿਊ ਦੇ ਵਿੱਚ ਵਾਧਾ ਹੋਇਆ। ਤੇ ਇਹ ਤੇ ਪਹਿਲਾਂ ਹੀ ਪਤਾ ਸੀ ਵੀ ਜਿਹੜੀ ਕੇਂਦਰ ਦੀ ਬੀਜੇਪੀ ਸਰਕਾਰ ਆ ਉਹ ਜਾਣ ਬੁੱਝ ਕੇ ਅਰਵਿੰਦ ਕੇਜਰੀਵਾਲ ਜੀ ਨੂੰ, ਮਨੀਸ਼ ਸਿਸੋਦੀਆ ਜੀ ਨੂੰ, ਸਤਿੰਦਰ ਜੈਨ ਜੀ ਨੂੰ ਜਾਣ ਬੁੱਝ ਕੇ ਦਬਾ ਰਹੀ ਆ। ਕਿਉਂਕਿ ਓਪੋਜੀਸ਼ਨ ਦੇ ਵਿੱਚ ਜੇ ਕੋਈ ਬੀਜੇਪੀ ਸਰਕਾਰ ਨੂੰ ਮੋਦੀ ਜੀ ਨੂੰ ਕੋਈ ਦਿਸਦਾ ਪਿਆ ਨਾ, ਉਹ ਦਿਸਦਾ ਪਿਆ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ। ਇਸੇ ਕਰਕੇ ਸਿਆਸਤ ਦੇ ਤਹਿਤ ਹੀ ਇਹ FIR ਦਰਜ ਹੋਈ, ਧੱਕੇਸ਼ਾਹੀ ਕੀਤੀ ਗਈ। ਤੇ ਅਸੀਂ ਸਵਾਗਤ ਕਰਦੇ ਹਾਂ ਮਾਨਯੋਗ ਅਦਾਲਤ ਦੇ ਫੈਸਲੇ ਦਾ। ਦੇਰ ਆਏ ਦਰੁਸਤ ਆਏ ਵੀ ਜੋ ਸੱਚਾਈ ਆ ਉਹਦੀ ਜਿੱਤ ਹੋਈ ਆ, ਝੂਠ ਹਾਰਿਆ, ਸੱਚ ਦੀ ਜਿੱਤ ਹੋਈ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਚੀਜ਼ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਦੂਸਰੇ ਪਾਸੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਨੋਂ ਇਸ ਚੀਜ਼ ਦੇ ਲਈ ਜ਼ਿੰਮੇਵਾਰ ਹੈ ਜਿਹੜਾ ਮੇਰੇ ਖਿਲਾਫ ਇੱਕ ਝੂਠਾ ਕੇਸ ਦਰਜ ਕੀਤਾ ਜਾਂਦਾ ਹੈਗਾ। CM ਹੋਵੇ, ਡਿਪਟੀ CM ਹੋਵੇ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ। ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਦੇਸ਼ ਦੇ ਵਿੱਚੋਂ ਖਤਮ ਕਰਨ ਦੀ ਇੱਕ ਸਾਜ਼ਿਸ਼ ਸੀ ਜਿਹੜੀ ਉਹ ਘੜੀ ਗਈ ਹੈ। ਸਾਜ਼ਿਸ਼ ਤੇ ਬਿਲਕੁਲ ਰਚੀ ਹੀ ਬੀਜੇਪੀ ਸਰਕਾਰ ਨੇ, ਮੋਦੀ ਸਰਕਾਰ ਨੇ। ਪਰ ਵੇਖੋ, ਜਦੋਂ ਕਿਸੇ ਨੂੰ ਕੋਈ ਦਬਾਉਂਦਾ ਆ ਉਹ ਹਮੇਸ਼ਾ ਜਿਹੜਾ ਦਬਾਉਣ ਵਾਲਾ ਉਹ ਡਾਊਨ ਹੁੰਦਾ ਆ ਤੇ ਜਿਹਨੂੰ ਦਬਾਉਂਦੇ ਆ ਉਹ ਹਮੇਸ਼ਾ ਤਰੱਕੀ ਕਰਦਾ ਆ। ਅਰਵਿੰਦ ਕੇਜਰੀਵਾਲ ਜੀ ਪੂਰੇ ਦੇਸ਼ ਦੇ ਤੇ ਹੈਗੇ ਹਰਮਨ ਪਿਆਰੇ, ਪੂਰੀ ਦੁਨੀਆ ਦੇ ਹਰਮਨ ਪਿਆਰੇ ਬਣ ਕੇ ਇਸ ਕੇਸ ਦੇ ਰੱਦ ਹੋਣ ਨਾਲ, ਖਤਮ ਹੋਣ ਦੇ ਨਾਲ ਕੇਸ ਨੂੰ ਇਹ ਪੂਰੇ ਦੁਨੀਆ ਦੇ ਹਰਮਨ ਪਿਆਰੇ ਨੇਤਾ ਹੋ ਕੇ ਨਿਕਲਣਗੇ। ਬਾਕੀ ਜਿਹੜਾ ਇਹ ਫੈਸਲਾ ਕੀਤਾ ਹੈ ਮਾਨਯੋਗ ਕੋਰਟ ਨੇ, ਇਸ ਫੈਸਲੇ ਦਾ ਸਾਰੇ ਲੋਕ ਸਰਾਹਨਾ ਕਰਦੇ ਪਏ ਆ, ਸਾਰੇ ਲੋਕ ਪ੍ਰਸ਼ੰਸਾ ਕਰਦੇ ਪਏ ਆ। ਤੇ ਕੁਦਰਤ ਦਾ ਨਿਯਮ ਆ, ਜੋ ਸੱਚ ਆ ਉਹ ਹਮੇਸ਼ਾ ਲੰਮਾ ਸਮਾਂ ਰਾਜ ਕਰਦਾ, ਝੂਠ ਆ ਉਹ ਇੱਕ ਵਾਰ ਵੱਧਦਾ ਆ ਪਰ ਉਹ ਝੂਠ ਜਲਦੀ ਲੋਕਾਂ ਦੇ ਸਾਹਮਣੇ ਆ ਜਾਂਦਾ ਤੇ ਖਤਮ ਹੋ ਜਾਂਦਾ। ਦੇਖੋ, ਕਾਫੀ ਲੰਮੇ ਸਮੇਂ ਤੋਂ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਸੀ, ਪਰ ਤੁਹਾਡੇ ਤੇ ਜਦੋਂ ਇਲਜ਼ਾਮ ਲੱਗਦੇ ਨੇ ਕਿ ਸ਼ਰਾਬ ਘੁਟਾਲਾ ਹੋ ਚੁੱਕਾ ਹੈਗਾ, ਜਿਹੜੇ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿਣ ਵਾਲੇ ਸੀ ਉਹਨਾਂ ਨੇ ਘੁਟਾਲਾ ਕਰਤਾ, ਤਾਂ ਉਸ ਚੀਜ਼ ਦਾ ਖਮਿਆਜਾ ਪਾਰਟੀ ਨੂੰ ਭੁਗਤਣਾ ਪਿਆ। ਪਾਰਟੀ ਜਿਹੜੀ ਸੱਤਾ ਦੇ ਵਿੱਚ ਸੀ ਹੁਣ ਵਿਰੋਧੀ ਧਿਰ ਦੇ ਵਿੱਚ ਆ ਕੇ ਬੈਠ ਗਈ ਹੈ। ਪਰ ਲੱਗਦਾ ਕਿ ਇਸ ਰਿਜ਼ਲਟ ਦੇ ਨਾਲ ਜੋ ਕੋਰਟ ਦਾ ਅੱਜ ਦਾ ਡਿਸੀਜਨ ਹੈ, ਇਸ ਦਾ ਅਸਰ ਪੰਜਾਬ ਦੇ ਇਲੈਕਸ਼ਨ ਤੇ ਜ਼ਰੂਰ ਦੇਖਣ ਨੂੰ ਮਿਲੇਗਾ। ਔਰ ਤੁਹਾਨੂੰ ਕੀ ਲੱਗਦਾ ਕਿਸ ਤਰੀਕੇ ਦਾ ਜਿਹੜਾ ਕਹੀਏ ਕਿ ਰਿਐਕਸ਼ਨ ਹੈਗਾ ਪੰਜਾਬ ਦੇ ਵਿੱਚ ਹੋ ਸਕਦਾ? ਗੱਲ ਆ, ਭਾਵੇਂ ਇਹਨਾਂ ਨੇ ਝੂਠੇ ਪਰਚੇ ਕੀਤੇ ਸੀ ਦਿੱਲੀ 'ਚ, ਫਿਰ ਵੀ ਜਿਹੜੀ ਸਰਕਾਰ ਸੀ ਨਾ ਉਹ ਆਮ ਆਦਮੀ ਪਾਰਟੀ ਦੀ ਰਿਪੀਟ ਹੁੰਦੀ ਪਈ। ਉੱਥੇ ਬੀਜੇਪੀ ਸਰਕਾਰ ਨੇ ਸ਼ਰੇਆਮ ਡੰਡਾ ਤੰਤਰ ਦੇ ਨਾਲ ਜਿਹੜੇ ਕੋਈ ਸਾਡੇ ਵਰਕਰ ਸਨ ਉਹਨਾਂ ਦੀਆਂ ਵੋਟਾਂ ਕਟਵਾਈਆਂ। ਹਰ ਵਿਧਾਨ ਸਭਾ ਦੇ ਵਿੱਚ ਜਿਹੜੇ ਸਾਡੇ ਪੱਕੇ ਵਰਕਰ 6-6, 7-7 ਹਜ਼ਾਰ ਵੋਟ ਉਹਨਾਂ ਵਰਕਰਾਂ ਦੀ ਕਟਵਾਈ। ਉਹਦੇ ਬਾਅਦ 12-13 ਹਜ਼ਾਰ ਵੋਟ ਹਰ ਵਿਧਾਨ ਸਭਾ ਦੇ ਵਿੱਚ ਨਕਲੀ ਬਣਵਾਈ, ਦੂਜੀਆਂ ਸਟੇਟਾਂ ਤੋਂ ਬੰਦੇ ਲਿਆ ਕੇ, UP, MP, ਗੁਜਰਾਤ ਚੋਂ ਬੰਦੇ ਲਿਆ ਉਹਨਾਂ ਦੀਆਂ ਵੋਟਾਂ ਬਣਵਾਈਆਂ। ਫਿਰ ਉਹਦੇ ਨਾਲ ਵੀ ਇਹਨਾਂ ਕੋਲ ਜਿੱਤ ਨਹੀਂ ਹੁੰਦੀ ਦੀਦੀ, ਇਹਨਾਂ ਨੇ ਸ਼ਰਾਬ ਵੰਡੀ, ਪੈਸੇ ਵੰਡੇ, ਫਿਰ ਵੀ ਇਹ ਨਹੀਂ ਜਿੱਤਦੇ। ਉਹਦੇ ਬਾਅਦ ਇਹਨਾਂ ਨੇ ਵੱਡੀ ਖੇਡ ਖੇਡੀ, ਹਰਿਆਣੇ ਚੋਂ
ਨਾਲ ਦੀਆਂ ਸਟੇਟਾਂ 'ਚੋਂ ਗੁੰਡੇ ਲਿਆ ਕੇ ਜਿਹੜੀਆਂ ਗਰੀਬ ਬਸਤੀਆਂ ਉਹਨਾਂ ਦੇ ਬਾਹਰ ਭਾਤੇ ਤੇ ਉਹਨਾਂ ਲੋਕਾਂ ਨੂੰ ਧਮਕੀਆਂ ਦਿੱਤੀਆਂ ਵੀ ਜੇ ਤੁਸੀਂ ਵੋਟਾਂ ਪਾਉਣ ਗਏ ਤੇ ਤੁਹਾਡੇ ਪਰਿਵਾਰ ਨਹੀਂ ਛੱਡਣੇ। ਬੀਜੇਪੀ ਨੇ ਹਰ ਹੱਥ ਕੰਡਾ ਵਰਤਿਆ, ਪੈਸੇ ਵੀ ਵੰਡ ਲਏ, ਸ਼ਰਾਬ ਵੀ ਵੰਡ ਲਈ, ਡੰਡਾ ਵੀ ਵਰਤ ਲਿਆ, ਪਰ ਜੇ ਕਿਤੇ ਗਰੀਬ ਝੁੱਗੀ ਝੌਂਪੜੀ ਵਾਲਿਆਂ ਨੂੰ ਨਾ ਰੋਕਦੇ ਫਿਰ ਵੀ ਅਰਵਿੰਦ ਕੇਜਰੀਵਾਲ ਜੀ ਫਿਰ ਮੁੱਖ ਮੰਤਰੀ ਬਣਦੇ ਤੇ ਦਿੱਲੀ ਦੀਆਂ ਸਾਰੀਆਂ ਸੀਟਾਂ ਆਮ ਆਦਮੀ ਪਾਰਟੀ ਜਿੱਤਦੀ। ਇਹਨਾਂ ਇਲੈਕਸ਼ਨ ਲੁੱਟੀ। ਭੁੱਲਰ ਸਾਹਿਬ ਇੱਕ ਚੀਜ਼ ਲੱਗ ਰਹੀ ਹੈ ਕਿ ਜਿਹੜਾ ਅੱਜ ਦਾ ਇਹ ਫੈਸਲਾ ਹੈ ਸਿੱਧੇ ਤੌਰ ਤੇ ਇਸ ਦਾ ਅਸਰ ਪੰਜਾਬ ਦੇ ਇਲੈਕਸ਼ਨ ਵਿੱਚ ਦਿਖਾਈ ਦੇਗਾ, ਕਿਉਂਕਿ ਕਿਤੇ ਨਾ ਕਿਤੇ ਵਿਰੋਧੀ ਪਾਰਟੀਆਂ ਦੇ ਕੋਲ ਇੱਕ ਇਲਜ਼ਾਮ ਹੁੰਦਾ ਸੀ ਕਿ ਦੇਖੋ ਜੀ ਅਰਵਿੰਦ ਕੇਜਰੀਵਾਲ ਹੋਵੇ ਚਾਹੇ ਮਨੀਸ਼ ਸਿਸੋਦੀਆ ਹੋਵੇ, ਇਹ ਤਾਂ ਜ਼ਮਾਨਤ ਤੇ ਆਏ ਹੋਏ ਲੋਕ ਨੇ ਤੇ ਪੰਜਾਬ ਘੁੰਮ ਰਹੇ ਨੇ, ਪਰ ਇਸ ਫੈਸਲੇ ਨੇ ਜਦੋਂ ਉਹਨਾਂ ਨੂੰ ਬਰੀ ਕਰਤਾ ਤਾਂ ਇਲਜ਼ਾਮ ਮੁਕਤ ਇੱਕ ਤਰੀਕੇ ਦੇ ਨਾਲ ਦੋਨੋਂ ਲੀਡਰ ਹੈ ਜਿਹੜੇ ਉਹ ਹੋ ਚੁੱਕੇ ਨੇ। ਭਾਵੇਂ ਇਹਨਾਂ ਵਿਰੋਧੀ ਪਾਰਟੀਆਂ ਇਲਜ਼ਾਮ ਲਾਏ ਨਾ, ਪਰ ਫਿਰ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਸੀ ਵੀ ਅਰਵਿੰਦ ਕੇਜਰੀਵਾਲ ਜੀ, ਮਨੀਸ਼ ਸਿਸੋਦੀਆ ਜੀ, ਸਤਿੰਦਰ ਜੈਨ ਜੀ, ਉਹਨਾਂ ਨੇ ਕੁਝ ਵੀ ਗਲਤ ਨਹੀਂ ਕੀਤਾ, ਲੋਕ ਪਿਆਰ ਕਰਦੇ ਸੀ। ਪਰ ਹੁਣ ਆਹ ਫੈਸਲਾ ਆਉਣ ਦੇ ਨਾਲ ਜਿਵੇਂ ਸਰਕਾਰ ਤੇ ਰਿਪੀਟ ਹੋਣੀ ਆਹ ਫੈਸਲਾ ਆਉਣ ਦੇ ਨਾਲ ਕਲੀਨ ਸਵੀਪ ਹੋ ਜੂਗੀ। ਇੱਕ ਤਰਫਾ ਆਮ ਆਦਮੀ ਪਾਰਟੀ ਦੀ 27 ਦੇ ਵਿੱਚ ਪੰਜਾਬ 'ਚ ਤੇ ਸਰਕਾਰ ਬਣੂ ਭਾਰਤ ਦੀਆਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਇਹਦੇ ਨਾਲ ਹਨੇਰੀ ਆਊਗੀ। ਇੱਕ ਤਰਫਾ ਜਿਹੜੀ ਆਮ ਆਦਮੀ ਪਾਰਟੀ ਵੇਖੋ ਭਾਰਤ ਦੇ ਵਿੱਚ ਹਰ ਸਟੇਟ ਦੇ ਵਿੱਚ ਆਮ ਆਦਮੀ ਪਾਰਟੀ ਦਾ ਇਸ ਵੇਲੇ ਜਿਹੜਾ ਕੇਡਰ ਹੈ ਨਾ ਉਹ ਵੱਡੇ ਪੱਧਰ ਤੇ ਖੜਾ ਹੋ ਗਿਆ, ਲੋਕ ਪਿਆਰ ਕਰਨ ਲੱਗ ਪਏ ਆ। ਪੰਜਾਬ 'ਚ ਤੇ ਰਿਪੀਟ ਹੋਣੀ ਸਰਕਾਰ, ਦੂਜੀਆਂ ਸਟੇਟਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਬਣਨਗੇ ਤੇ ਆਉਣ ਵਾਲੇ ਸਮੇਂ 'ਚ ਜਿਹੜੀ 2029 ਦੇ ਵਿੱਚ ਇਲੈਕਸ਼ਨ ਹੋਣੀ ਹੈ ਮੈਂਬਰ ਪਾਰਲੀਮੈਂਟ ਦੀ, ਭਾਰਤ ਦੀ ਪ੍ਰਧਾਨ ਮੰਤਰੀ ਬਣਦੇ, ਉਹਦੇ ਵਿੱਚ ਵੀ ਵੱਡੇ ਮਾਰਜਨ ਨਾਲ ਆਮ ਆਦਮੀ ਪਾਰਟੀ ਅੱਗੇ ਆਊਗੀ। ਲੋਕ ਅਰਵਿੰਦ ਕੇਜਰੀਵਾਲ ਜੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਦੇ ਰੂਪ 'ਚ ਮੰਨ ਚੁੱਕੇ ਆ ਤੇ 29 'ਚ ਕੇਜਰੀਵਾਲ ਜੀ ਪ੍ਰਧਾਨ ਮੰਤਰੀ ਬਣਨਗੇ। ਬਹੁਤ ਬਹੁਤ ਧੰਨਵਾਦ ਭੁੱਲਰ ਸਾਹਿਬ ਸਮਾਂ ਦੇਣ ਦੇ ਲਈ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਪੱਕਾ ਜੀ। ਸੋ ਗੱਲਬਾਤ ਕਰ ਰਹੇ ਸੀ ਲਾਲਜੀਤ ਸਿੰਘ ਭੁੱਲਰ ਪੰਜਾਬ ਦੇ ਕੈਬਨਿਟ ਮੰਤਰੀ ਦੇ ਨਾਲ। ਜੋਤੀ, ਓਵਰ ਟੂ ਯੂ ਜੀ। ਤਾਂ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਬਰੀ ਹੋਏ ਨੇ, ਵੱਡੀ ਰਾਹਤ ਮਿਲੀ ਹੈ ਇਸ ਮਾਮਲੇ ਦੇ ਵਿੱਚ, ਤਾਂ ਇਸ ਨੂੰ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ। ਤਾਂ ਰਾਉਜ਼ ਐਵਨਿਊ ਕੋਰਟ ਦੇ ਵੱਲੋਂ ਰਾਹਤ ਦਿੱਤੀ ਗਈ ਹੈ। ਤਾਂ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਸਣੇ ਜੋ ਹੋਰ ਬਾਕੀ ਦੇ 23 ਨਾਮਜ਼ਦ ਕੀਤੇ ਗਏ ਸੀ ਸਭ ਨੂੰ ਬਰੀ ਕਰ ਦਿੱਤਾ ਗਿਆ ਹੈ। ਤਾਂ ਵੱਡੀ ਰਾਹਤ ਜੋ ਹੈ ਉਹ ਮਨੀਸ਼ ਸਿਸੋਦੀਆ ਤੇ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਗਈ ਹੈ। ਸ਼ਰਾਬ ਨੀਤੀ ਘੁਟਾਲੇ ਮਾਮਲੇ ਦੇ ਵਿੱਚ ਵੱਡਾ ਫੈਸਲਾ ਰਾਉਜ਼ ਐਵਨਿਊ ਕੋਰਟ ਦੇ ਵੱਲੋਂ ਸੁਣਾਇਆ ਗਿਆ। ਤਾਂ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਇਸ ਮਾਮਲੇ ਦੇ ਵਿੱਚ ਬਰੀ ਕਰ ਦਿੱਤਾ ਗਿਆ। ਤਾਂ ਅਦਾਲਤ ਤੋਂ ਬਾਹਰ ਆਉਂਦਿਆਂ ਅਰਵਿੰਦ ਕੇਜਰੀਵਾਲ ਕਾਫੀ ਭਾਵੁਕ ਨਜ਼ਰ ਆਏ। ਉਹਨਾਂ ਕਿਹਾ ਕਿ ਸੱਚਾਈ ਦੀ ਜਿੱਤ ਹੋਈ ਹੈ। ਅਦਾਲਤ ਨੇ ਵੀ ਗੱਲ ਆਖੀ ਹੈ ਕਿ ਮਨੀਸ਼ ਸਿਸੋਦੀਆ ਤੇ ਅਰਵਿੰਦ ਕੇਜਰੀਵਾਲ ਕੱਟੜ ਈਮਾਨਦਾਰ ਨੇ, ਆਮ ਆਦਮੀ ਪਾਰਟੀ ਕੱਟੜ ਈਮਾਨਦਾਰ ਹੈ। ਤਾਂ ਬੇहद ਹੀ ਭਾਵੁਕ ਹੁੰਦੇ ਨਜ਼ਰ ਆਏ ਅਰਵਿੰਦ ਕੇਜਰੀਵਾਲ।